जल ते उपज तरंग ज्यों जल ही बिखै समाहे। वाहिगुरु साहिब जी। पौड़ी प्रथमै सासन मास सन आंध धुंध कछ खबर न पाई। रखत बिंद की देह रच पांच तत की जड़त जड़ाई। वाहिगुरु जी का खालसा वाहिगुरु जी की फतेह। परम सन्मानयोग ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ, ਹੁਣੇ ਆਪ ਜੀ ਨੇ ਗੁਰਬਾਣੀ ਕੀਰਤਨ ਦਾ ਲਾਹਾ ਮਾਣਿਆ ਹੈ। ਜੋ ਖਾਲਸੇ ਪੰਥ ਵੱਲੋਂ ਸਿੰਘਾਂ ਵੱਲੋਂ ਹੁਕਮ ਹੋਇਆ ਸੀ ਕਿ ਵਾਰਾਂ ਭਾਈ ਗੁਰਦਾਸ ਜੀ ਅਤੇ ਭਾਈ ਸਾਹਿਬ ਦੇ ਕਵਿਸ ਹੋਈਏ, ਇਹਨਾਂ ਦੀ ਵਿਚਾਰ ਜਿਵੇਂ ਪਾਤਸ਼ਾਹ ਸੰਗਤੀ ਰੂਪ ਵਿੱਚ ਕਰਾਵਾਂਗੇ ਉਵੇਂ ਅਸੀਂ ਸਰਵਣ ਕਰਾਂਗੇ। ਪਹਿਲੀ ਪੌੜੀ ਦੀ ਵਿਚਾਰ ਆਪ ਜੀ ਨੇ ਸਰਵਣ ਕਰ ਲਈ ਸੀ। ਅੱਜ ਦੂਜੀ ਪੌੜੀ ਦੀ ਵਿਚਾਰ ਆਰੰਭ ਹੋਣ ਲੱਗੀ ਹੈ। ਗੁਰਮਤਿ ਵਿੱਚ, ਖਾਲਸੇ ਪੰਥ ਵਿੱਚ ਜਿੱਥੇ ਰੱਬ ਦਾ ਸਤਿਕਾਰ ਹੈ, ਉੱਥੇ ਗੁਰੂ ਦਾ ਸਤਿਕਾਰ ਵੀ ਬਰਕਰਾਰ ਹੈ। ਜਿੱਥੇ ਗੁਰੂ ਦਾ ਸਤਿਕਾਰ ਹੈ, ਉੱਥੇ ਗੁਰਸਿੱਖਾਂ ਦਾ ਸਤਿਕਾਰ ਵੀ ਹੈ। ਜੋ ਦਿਸ ਹੈ ਗੁਰਸਿੱਖੜਾ, ਇਸ ਨਿਵ ਨਿਵ ਲਾਗੋ ਪਾਏ ਜੀਉ। ਭਾਵਨਾ ਵੱਡੀ ਹੁੰਦੀ ਭਾਈ। ਭਾਈ ਗੁਰਦਾਸ ਜੀ ਜਿਨ੍ਹਾਂ ਦੀ ਵਾਰਾਂ ਵਿੱਚ ਜੇ ਕਹਿ ਲਓ ਸਿੱਖੀ ਕੁੱਟ ਕੇ ਭਰੀ ਹੋਈ ਹੈ। ਇਹ ਸ਼ਬਦ ਭਾਵੇਂ ਮੈਂ ਵਰਤ ਰਿਹਾ ਕੁੱਟ ਕੇ, ਇਹਦਾ ਭਾਵ ਹੈ ਲੱਭਾ ਲੱਭ ਭਰੀ ਹੋਈ ਹੈ। ਮੁਹਾਵਰਾ ਹੈ ਨਾ, ਕੁੱਟ ਕੇ ਭਰਿਆ ਹੋਣਾ, ਮਤਲਬ ਹੈ ਵੀ ਲੱਭਾ ਲੱਭ ਭਰੀ ਹੋਈ ਹੈ। ਜਿਸ ਨੇ ਗੁਰਸਿੱਖ ਬਣਨਾ ਹੈ, ਗੁਰੂ ਦੀ ਕਿਰਪਾ ਸਦਕਾ, ਜੇ ਪਾਤਸ਼ਾਹ ਜੀ ਨੂੰ ਗੁਰਸਿੱਖ ਬਣਾਉਣਾ ਚਾਹੁੰਦੇ ਨਾ, ਜੇ ਵਾਰਾਂ ਵਿੱਚੋਂ ਨਹੀਂ ਲੰਘਿਆ ਤੇ ਗੁਰਸਿੱਖ ਨਹੀਂ। ਹਾਂ, ਕਿਸੇ ਖਾਸ ਕੋਈ ਕਿਰਪਾ ਹੋਣੀ ਹੈ, ਉਹ ਤੇ ਫਿਰ ਖਾਸ ਰਹਿਮਤ ਹੈ ਕਿ ਪੰਥ ਦੀ ਮਰਿਆਦਾ ਅਨੁਸਾਰ ਇਹ ਵਾਰਾਂ ਗੁਰਸਿੱਖੀ ਦੀ ਖਾਲਸਾ ਜੀ ਨੀਂਹ ਹੈ, ਗੁਰਬਾਣੀ ਦੀ ਕੁੰਜੀ ਹੈ। ਤੇ ਅਸੀਂ ਵੱਡੇ ਭਾਗਾਂ ਵਾਲੇ, ਚਲੋ ਸਾਨੂੰ ਸੁਣਨ ਦਾ, ਕਰਨ ਦਾ, ਵਿਚਾਰਨ ਦਾ ਮੌਕਾ ਮਿਲਿਆ ਹੈ। ਆਓ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਸਾਡੇ ਹਿਰਦੇ ਦਾ ਆਧਾਰ ਬਣੇ ਗੁਰਸਿੱਖਾਂ ਦੀ ਬਾਣੀ। ਇਹ ਬਾਣੀ ਗੁਰਮਤਿ ਹੈ ਖਾਲਸਾ ਜੀ, ਕੋਈ ਇਸ ਵਿੱਚ ਗੁਰੂ ਦੀ ਗੱਲ ਹੈ। ਗੁਰਮਤਿ ਕੀ ਹੁੰਦਾ? ਗੁਰੂ ਦਾ ਸਿਧਾਂਤ। ਗੁਰਬਾਣੀ ਦੇ ਜਿਹੜੇ ਐਸੇ ਔਖੇ ਪਦਾਂ ਦੀ ਵਿਆਖਿਆ ਕੀਤੀ ਭਾਈ ਗੁਰਦਾਸ ਜੀ ਨੇ। ਆਓ ਉਹਨਾਂ ਪਦਾਂ ਨੂੰ ਸਰਵਣ ਕਰਨ ਲਈ, ਸਿਧਾਂਤਾਂ ਨੂੰ ਸਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੀ ਬਿਰਤੀ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਪ੍ਰਥਮੈ ਸਾਸਨ ਮਾਸ ਸਨ ਆਂਧ ਧੁੰਧ ਕਛ ਖਬਰ ਨ ਪਾਈ। ਇਸ ਪੌੜੀ ਵਿੱਚ ਭਾਈ ਸਾਹਿਬ ਇਹ ਦੱਸ ਰਹੇ ਹਨ ਕਿ ਜਗਤ ਦੀ ਉਤਪਤੀ ਕਿਵੇਂ ਹੋਈ, ਜਗਤ ਦੀ ਉਤਪਤੀ ਵੇਲੇ ਕੀ ਮਾਹੌਲ ਸੀ। ਜਿਵੇਂ ਗੁਰਬਾਣੀ ਜ਼ਿਕਰ ਹੈ ਨਾ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਹੈ, ਉਹਦੇ ਬਾਰੇ ਆਪ ਜਾਣਦਾ ਵੀ ਕਦੋਂ ਸਾਜੀ। ਇੱਥੇ ਗੱਲ ਉਹ ਹੈ ਕਿ ਥਿੱਤਵਾਰ ਕਿਹੜਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਾ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ। ਦਿਨ ਕਿਹੜਾ ਸੀ, ਮਹੀਨਾ ਕਿਹੜਾ ਸੀ, ਵਾਰ ਕਿਹੜਾ ਸੀ, ਕਿੰਨੇ ਸਾਲ ਪਹਿਲਾਂ ਸ੍ਰਿਸ਼ਟੀ ਸਾਜੀ, ਇਹ ਨਹੀਂ ਪਾਤਸ਼ਾਹ ਕਹਿੰਦੇ। ਹਾਂ, ਕਈ ਥਾਵਾਂ ਤੇ ਜ਼ਿਕਰ ਹੈ ਅਰਬਤ ਨਰਬਤ ਧੁੰਦੂਕਾਰ। ਉਦੋਂ ਕੀ ਸੀ? ਉਦੋਂ ਭਾਈ ਸਾਹਿਬ ਬਿਆਨ ਕਰਦੇ ਬਾਣੀ ਚ ਜ਼ਿਕਰ ਹੈ
ਅਕਾਲ ਪੁਰਖ ਆਪਣੇ ਆਪ ਸਰੂਪ ਹੀ ਸੀ ਉਹ। ਤੇ ਇੱਥੇ ਜਗਤ ਪੱਤੀ ਵੇਲੇ ਤੇ ਦੁਨੀਆ ਦੀ ਜਦੋਂ ਉਤਪਤੀ ਹੋਈ, ਦੁਨੀਆ ਦੀ ਪੈਦਾਇਸ਼ ਹੋਈ, ਉਦੋਂ ਕੀ ਸੀ? ਪ੍ਰਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਸ਼ ਖਬਰ ਨਾ ਪਾਈ। ਪ੍ਰਥਮੈ ਪਹਿਲਾਂ ਸਾਹ ਹੈ ਹੀ ਨਹੀਂ ਸੀ, ਕੋਈ ਸਾਹ ਲੈਣ ਵਾਲਾ ਹੈ ਹੀ ਨਹੀਂ ਸੀ। ਮਾਂ ਸਾਡੇ ਮਾਸ ਬਣੇ, ਮਾਸ ਪੀਨੇ, ਭਾਵ ਕਹਿਣ ਦਾ ਕਿ ਨਾ ਸਾਹ ਲੈਣ ਵਾਲਾ ਕੋਈ ਜੀਵ, ਨਾ ਕੋਈ ਮਾਸ ਵਾਲਾ ਜੀਵ ਸੀ, ਕੋਈ ਜੀਵ ਨਹੀਂ ਸੀ। ਅੰਧ ਧੁੰਦ ਕਸ਼ ਖਬਰ ਨਾ ਪਾਈ, ਸਾਰੇ ਪਾਸੇ ਹਨੇਰਾ ਹੀ ਹਨੇਰਾ, ਧੁੰਦਕਾਰ, ਅਰਬਦ ਨਰਬਦ ਧੁੰਦਕਾਰਾ। ਦੇਖੋ ਇਮੇਜ ਕਰੀਏ, ਸੋਚੀਏ ਵੀ ਉਦੋਂ ਕੀ ਮਾਹੌਲ ਹੋਵੇਗਾ। ਸਾਰੇ ਪਾਸੇ ਚਿੱਟੀ ਧੁੰਦ ਸੀ। ਦੇਖੋ ਨਾ ਧਰਤੀ ਨਾ ਆਕਾਸ਼, ਨਾ ਹਵਾ ਨਾ ਪਾਣੀ, ਪੰਜ ਤੱਤ ਵੀ ਨਹੀਂ ਉਦੋਂ। ਪੰਜ ਤੱਤਵ ਕੀ ਹੈ? ਸ੍ਰਿਸ਼ਟੀ ਦੀ ਰਚਨਾ ਹੈ। ਪੰਜ ਤੱਤੇ ਤਦ ਰਚਿਓ, ਅੱਗੇ ਸਾਰੇ ਸਰੀਰ ਬਣ ਗਏ। ਉਦੋਂ ਇਹ ਵੀ ਨਹੀਂ ਸੀ। ਸਾਰੇ ਪਾਸੇ ਕਲੋ ਚਿੱਟੀ ਧੁੰਦ ਸੀ। ਉਦੋਂ ਵੀ ਵਾਹਿਗੁਰੂ ਸੀ, ਆਦਿ ਸੱਚ, ਉਦੋਂ ਵੀ ਆਦਿ ਸੱਚ ਸੀ। ਪ੍ਰਥਮੈ ਸਾਸ ਨਾ ਮਾਸ ਸਨ, ਪਹਿਲਾਂ ਨਾ ਸਾਹ, ਨਾ ਮਾਸ, ਨਾ ਕਿਸੇ ਬੰਦੇ ਦਾ ਸਰੀਰ, ਅੰਧ ਧੁੰਦ, ਸਾਰੇ ਪਾਸੇ ਹਨੇਰਾ ਹੀ ਧੁੰਦੂਕਾ ਰਹਿੰਦਾ ਸੀ। ਕੁਝ ਖਬਰ ਨਾ ਪਾਈ, ਕਿਸੇ ਨੂੰ ਸੋਝੀ ਨਹੀਂ ਸੀ ਕੀ ਸੀ ਕੀ ਨਹੀਂ ਸੀ। ਸ੍ਰਿਸ਼ਟੀ ਕਦੋਂ ਸੀ, ਕਿਵੇਂ ਬਣੀ, ਕੀ ਸਭ ਹੈ, ਉਹ ਕੋਈ ਨਹੀਂ ਜਾਣ ਸਕਦਾ। ਰਖਤ ਬਿੰਦ ਕੀ ਦੇਹ ਰਚ, ਪੰਜ ਤਤ ਕੀ ਜੜਤ ਜੜਾਈ। ਫਿਰ ਖਾਲਸਾ ਜੀਓ, ਵਾਹਿਗੁਰੂ ਨੇ ਆਪਣੇ ਅੰਦਰੋਂ ਹੀ ਫੁਰਨਾ ਕੀਤਾ। ਇਹਨੂੰ ਜ਼ਿਕਰ ਹੁੰਦਾ ਬਾਣੀ ਵਿੱਚ, ਕੀਤਾ ਪਸਾਓ ਇੱਕੋ ਕਵਾਓ। ਵਾਹਿਗੁਰੂ ਨੇ ਸਾਰਾ ਪਸਾਰਾ ਕੀਤਾ, ਆਖਿਆ ਕਵਾਓ, ਕਹਿੰਦੇ ਕੂਣਾ ਆਖੜਾ ਬੋਲਿਆ ਕਿ ਇੱਕ ਤੋਂ ਮੈਂ ਅਨੇਕ ਹੋ ਜਾਵਾਂ। ਉਹ ਸਾਰਾ ਪਸਾਰਾ ਅਨੇਕਤਾ ਦਾ, ਉਹ ਇੱਕ ਚੋਂ ਪੈਦਾ ਹੋਇਆ। ਵਾਹਿਗੁਰੂ ਦਾ ਫੁਰਨਾ ਕੀ ਹੈ? ਉਹਦੀ ਮਾਇਆ ਹੈ। ਅਸੀਂ ਸੋਚਦੇ ਹਾਂ ਸਾਰੇ ਕੁਛ, ਫੁਰਨਾ ਕਰਦੇ ਹਾਂ ਕੀ ਹੋਵੇਗਾ, ਕੀ ਸੰਕਲਪ ਵਿਕਲਪ, ਇਹ ਮਾਇਆ ਰੂਪ ਹੈ। ਰੱਬ ਨੇ ਆਪਣੇ ਅੰਦਰੋਂ ਮਾਇਆ ਪੈਦਾ ਕਰਤੀ। ਮਾਇਆ ਤੋਂ ਏਕਾ ਮਾਈ, ਜੁਗਤ ਵਿਆਈ, ਤਿੰਨ ਚੇਲੇ ਪ੍ਰਮਾਣ। ਇਹ ਬੜੀ ਵੱਡੀ ਫਿਲਾਸਫੀ ਹੈ, ਕਿਵੇਂ ਪੈਦਾ ਕੀਤੀ। ਤਿੰਨ ਚੇਲੇ, ਫਿਰ ਉਹਦੇ ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹਨਾਂ ਤੋਂ ਫਿਰ ਅੱਗੇ ਪਸਾਰੇ ਹੋਰ ਹੁੰਦੇ ਕਿ ਸਾਰਾ ਕੁਛ। ਰਕਤ ਬਿੰਦ ਕੀ ਦੇਹ ਰਚ, पांच तत्व की जड़त जड़ाई। पंजा तत्वां की जड़त की है? हवा, पानी, धरती, आकाश, अग, ये पांच तत्व हैं। जिवें गुरु तेग बहादुर पातशाह फरमान करते, पांच तत्ते तन रचियो, जानो चतुर सुजान। पांच तत्व की, पंज तत्वां की जड़त जड़ाई, ये जड़ सारे शरीर का आकार पंजा तो बने। इस विच की है? रकत बिंद की देह रच, खून ते बिंद, मां की रकत, पिता बिंद तारा। दोवां दे अंश तो देखो किवें रब ने सृष्टि पैदा करती, उस विच पंजा तत्वां दे जीव पैदा करते, माया तो अगे सारा पसारा पैदा करता। देखो ये दसणगे इस पौड़ी मेन भाव अगे आवेगा जिक्र कि बंदा सब तो श्रेष्ठ दसिया, बड़े जीव बनाए, पर मनुख जिहड़ा सब तो श्रेष्ठ है वो दसणगे। बंदिया तेरी वडियाई की है भाई, तू क्यों जन्म लैके आया बंदिया। मेहनत आई थी ना भई प्राप्त मानुख देवरिया, गोबिंद मिलन की यह तेरी बरिया। रकत बिंद की देह रच, खून अते बिंद, वीर जिन्हों कहते, असल शब्द वरती ये ताकत है। दोवां दे समेल तो ते नाल पंज तत्वां दा जिहड़ा संयोग बनिया, वो दोवां दे पहला संयोग होया, अगे फिर खालसा जी वो शरीर बनता गया, वो पैदा होई पंजा तत्वां नाल, वो पैदा हो गए। पौन पानी वै संतरो, चौथी धरती संग मिलाई। पंज तत्व दस रहे खुल के, देखो हर गल खोल रही है। पंज तत्व केड़े जी, कोई पूछ लवे
पौन हवा, पानी, जल, बसंतर कहते अग। चौथी की है धरती नाल जोड़ती। अंदर कहोगे पंज तत्व केड़े जी? पौन हवा जेडे साडे साह लेना, देखो वाहिगुरु, ये साह की है, ये हवा है। पवन गुरु ये हवा है। कोई नाम नाम ही जपे, साह तो चलते हैं अंदर, वो पवन है। अगे कहते पानी, पानी की खून, खून खत्म तो बंदा खत्म, वो है देखो। तीजा है बसंतर अग, बंदा हाथ तली मलदा है, एकदम अग पैदा हो जाती है, 2 मिनट लगातार मले ना है लाल हो जाती, कितनी तपस्या थी अंदर, ये रब ने अग पैदा करती अंदर। चौथी धरती, धरती कहते हड्डियां, ये हड्डियां धरती का अंश है। रब ने ये नाल जोड़ के ये 4 तत्त बन गए। पंचम विच आकाश कर, करता छठमा दृष्ट समाई। पंचवा आकाश बनाता। आकाश कहते खाली जगह, ਜਿਹੜਾ ਸਾਹ ਤੇ ਥੱਲੇ ਹੁੰਦੇ ਇੱਕ ਸਾਰਾ ਬੰਦੇ ਸਾਹ ਦੀ ਜਗ੍ਹਾ ਮੈਂ ਨਾੜੀਆਂ ਵਿੱਚ ਵੀ ਹੈ, ਉਹ ਆਕਾਸ਼ ਹੈ, ਬਰੀਕ ਤੋਂ ਬਰੀਕ ਦੇਖੋ। 5 ਤੱਤਵ ਇਹ ਬਣ ਗਏ। 6ਵਾਂ ਵੀ ਕੁਝ ਹੈ, ਕੋਈ 6ਵਾਂ ਕਰਿਓ ਜੇ ਕਿਛ ਕੀਤਾ ਹੋਵੇ, ਆਉਂਦਾ ਨਾ ਰਾਗ ਸੂਹੀ ਵਿੱਚ। 6ਵਾਂ ਕੀ ਹੈ? 6ਵਾਂ ਤੱਤ ਨਹੀਂ ਬਣਾਇਆ ਰੱਬ ਜੀ। 6ਵੇਂ ਆਪ ਆਕੇ ਬੈਠ ਗਏ ਵਿੱਚ, ਅੱਖੋ ਸਤਨਾਮ। ਅਦ੍ਰਿਸ਼ਟ, ਅਦ੍ਰਿਸ਼ਟ ਕਹਿੰਦੇ ਜੋ ਦਿਖਦਾ ਨਾ ਹੋਵੇ ਵਾਹਿਗੁਰੂ। ਅੰਦਰ ਹੱਡੀਆਂ ਵਿਖਦੀਆਂ, ਖੂਨ ਵਿਖਦਾ ਹੈ, ਸਾਹ ਲੈਣਾ, ਇਹ ਜਿਹੜਾ ਵਾਹਿਗੁਰੂ ਭਾਵੇਂ ਮਹਿਸੂਸ ਤਾਂ ਹੋ ਰਿਹਾ ਨਾ, ਪਰ ਵਾਹਿਗੁਰੂ ਜਿਹੜਾ ਅੰਦਰ ਹੈ ਉਹ ਅਦ੍ਰਿਸ਼ਟ ਬੈਠ ਗਿਆ। ਕਰਤਾ ਛਟਮ, ਕਰਤਾ 6ਵਾਂ। ਅਦ੍ਰਿਸ਼ਟ ਜਿਹੜਾ ਦਿਖਦਾ ਨਹੀਂ, ਸਮਾਈ ਵਿੱਚ ਸਮਾਇਆ ਹੋਇਆ ਹੈ। ਬਸ ਦੇਖੋ ਕਿੰਨੀ ਮਹਿਮਾ ਦੱਸ ਰਹੀ, ਕਿਵੇਂ ਰੱਬ ਨੇ ਦੇਖੋ ਬੱਚਾ ਪੈਦਾ ਕਰਤਾ, ਦੇਖੋ ਪੈਦਾ ਕਰਨ ਵਾਲਾ ਉਹ ਹੈ, ਤੇ ਉਹਨੇ ਮਾਪੇ ਬਣਾਤੇ, ਆਪ ਪਿੱਛੇ ਕਰ ਲਿਆ ਆਪਣੇ ਆਪ ਨੂੰ। ਰੱਬ ਨੇ ਮਾਪੇ ਨੂੰ ਮਾਣ ਹੋ ਗਿਆ ਕਿ ਮੇਰਾ ਬੱਚਾ ਪੈ ਗਿਆ, ਮੋਹ ਪੈਦਾ ਹੋ ਗਿਆ ਨਾ, ਉਹ ਮੋਹ ਕਰਕੇ ਫਿਰ ਬੱਚਾ ਕਹਿੰਦਾ ਮੇਰੀ ਔਲਾਦ ਹੈ, ਮੇਰਾ ਖੂਨ ਹੈ। ਤੇ ਜਿਹੜਾ ਅੰਦਰ ਪਰਮਾਤਮਾ ਹੈ 6ਵਾਂ ਅਕਾਲ ਪੁਰਖ ਦਾ ਸਰੂਪ, ਉਹ ਵਾਹਿਗੁਰੂ ਆਪ ਸਮਾ ਗਿਆ ਹੈ। ਪੰਜ ਤਤ ਪੰਚੀਸ ਗੁਣ, 70 ਮਿੱਤਰ ਮਿਲ ਦੇਹ ਬਣਾਈ। ਹੁਣ ਹਵਾ, ਅੱਗ, ਧਰਤੀ, ਆਕਾਸ਼, ਇਹ ਜਿਹੜੇ 5 ਤੱਤ ਹਨ, ਇਹਨਾਂ ਦੇ ਸਾਰੇ ਵਿਰੋਧੀ ਤੱਤ ਹਨ। ਪਾਣੀ ਤੇ ਅੱਗ ਥਾਂ ਰਹਿ ਜਾਣਗੇ। ਪਾਣੀ ਜ਼ਿਆਦਾ ਹੈ, ਅੱਗ ਨੂੰ ਬੁਝਾ ਦੇਗਾ। ਪਾਣੀ ਘੱਟ ਹੈ ਤੇ ਅੱਗ ਨੇ ਫਿਰ ਆਪਣਾ ਪ੍ਰਭਾਵ ਦਿਖਾਣਾ। ਪਰ ਸਰੀਰ ਅੰਦਰ ਪੰਜੋ ਹਨ, ਇਹਨੂੰ ਕਹਿੰਦੇ ਪੰਚੀਕ੍ਰਿਤ। ਪੰਚੀਕ੍ਰਿਤ ਕੀ ਹੁੰਦਾ ਹੈ? ਸੌਖੀ ਜੀ ਮਿਸਾਲ, 5 ਮਿੱਤਰ ਬੈਠੇ ਹੋਣ, ਇੱਕ ਦੇ ਕੋਲ 1 ਕਿਲੋ ਅਮਰੂਦ ਹੋਣ, ਦੂਜੇ ਕੋਲ 1 ਕਿਲੋ ਸੇਬ, ਤੀਜੇ ਕੋਲ 1 ਕਿਲੋ ਕੋਈ ਹੋਰ ਫਰੂਟ ਚੀਕੂ, चौथे को 1 किलो केले, पंजवें को 1 किलो अंगूर है। 5 फ्रूट आ गए। पंजा ने पंजो अपने ਜਿਹੜੇ फ्रूट ਹਨ ਸਭ ਨੂੰ ਵੰਡਣੇ ਬਰਾਬਰ ਬਰਾਬਰ, ਬਰਾਬਰ ਹੀ ਵਰਤੇ ਜਾਣ, ਸਾਰੇ ਕੋਲ ਬਰਾਬਰ ਹੀ ਆ ਜਾਣ। ਉਹ ਕਿਵੇਂ ਕਰਨਗੇ ਫਿਰ? ਉਹਦਾ ਤਰੀਕਾ ਇਹ ਹੈ ਕਿ ਜਿਹਦੇ ਕੋਲ ਆਪਣਾ ਤੱਤ ਹੈ ਨਾ, ਸਮਝ ਲਓ ਕਿਸੇ ਕੋਲ ਅਮਰੂਦ ਹੈ, ਉਹਦੇ 2 ਹਿੱਸੇ ਕਰ ਲੈਣ। ਪਹਿਲਾਂ ਅੱਧਾ ਕਿਲੋ ਵੱਖਰੇ ਕਰ ਲਏ, ਅੱਧਾ ਕਿਲੋ ਵੱਖਰੇ, ਅੱਧਾ ਕਿਲੋ ਆਪ ਰੱਖ ਲੈਣੇ ਕਿਉਂਕਿ ਉਹਨੂੰ ਚੰਗੇ ਲੱਗਦੇ ਨੇ। ਜਿਹੜੀ ਚੀਜ਼ ਚੰਗੀ ਲੱਗਦੀ ਉਹ ਆਪ ਸਭ ਜ਼ਿਆਦਾ ਖਾਏਗਾ ਨਾ। ਅੱਧਾ ਕਿਲੋ ਆਪ ਰੱਖ ਲੈਣੇ, ਅੱਧਾ ਕਿਲੋ ਬਚਿਆ ਉਹਦੇ 4 ਹਿੱਸੇ ਕਰ ਲਏ। ਅੱਧ ਪਾ, ਅੱਧ ਪਾ, ਅੱਧ ਪਾ, ਅੱਧ ਪਾ, ਅੱਧ ਪਾ, ਅੱਧ ਪਾ, ਪਾਈਆ ਹੋ ਗਿਆ। ਫਿਰ ਅੱਧ ਪਾ, ਅੱਧ ਪਾ, ਅੱਧਾ ਕਿਲੋ ਬਣ ਗਿਆ ਨਾ। ਅੱਧਾ ਕਿਲੋ 4 ਬਣਤੇ, 4 ਕੋਲ ਉਹਦੇ ਅਮਰੂਦ ਆ ਗਏ। ਦੂਜੇ ਕੋਲ ਸੇਬ ਸੀ, ਉਹਨੇ ਸੇਬ ਬਣਦੇ 4 'ਚ, ਸੇਬ ਵੀ ਆ ਗਏ ਸਾਰੇ ਕੋਲ। ਤੇ ਕਹਿ ਲਓ ਸਾਰਿਆਂ ਕੋਲ ਅੱਧ ਪਾ ਅਮਰੂਦ ਵੀ ਆ ਗਏ, ਸੇਬ ਵੀ ਆ ਗਏ, ਚੀਕੂ ਵੀ ਆ ਗਏ, ਅੰਗੂਰ ਵੀ ਆ ਗਏ, ਸੰਤਰੇ ਵੀ ਆ ਗਏ, ਜੋ ਫਰੂਟ ਸੀ। ਪਰ ਜਿਹੜਾ ਖਾਸ ਤੱਤ ਸੀ ਉਹਦੇ ਕੋਲ ਜ਼ਿਆਦਾ ਆ ਗਿਆ। ਇਹ ਸਾਰੇ ਆਪਸ ਵਿੱਚ ਸਮਾ ਗਏ ਇਸ ਤਰ੍ਹਾਂ। ਇਹਨੂੰ ਕਹਿੰਦੇ ਪੰਚੀਕ੍ਰਿਤ।
इसे तरह शरीर विच रब ने देखो कैसी आप विच बैठे रब, ये आप ना होंदा सब झगड़ा करना है सब ने। करता छटम अदिष्ट समाई, वो वाहिगुरु छेवां अदिष्ट सब दे विच बैठा, झगड़ा ना करन। एक समा आया सी, दसम ग्रंथ साहिब जिक्र आउंदा है, बाणी च जिक्र आउंदा है कि देवतियां ने दैतां ने समुंदर डकिया, झगड़ा पैदा हो गया। दैंत कहण ये वस्तु असीं लैणी है, वो कहण असीं मिलनी है। ते वाहिगुरु परमात्मा ने अपना स्वरूप भेजिया महामोनी अवतार, जाओ जी ऐ विष्णु जाके अवतार धारण करो, सब नूं मोहित कर लो। सब नूं मोहित कर लिया, सब ने समा गए। देखो समा के सबना विच सब नूं तत्त वंडते, रतन वंडते, उपरतन वंडते। रब ने इस तरह ही कीता इत्थे भी कि शरीर विच रब अकाल पुरख आप समा गया ते साडे पंजां तत्वां विच उहने पंज तत्त पंजां नूं अगे वधा लिया। की कहते वाहिगुरु आप किन्ने स्वरूपां पंज तत्त 25 गुण, पंज तत्त ते 25 गुण बन गए, 25 बन गए, प्रकृति बन गई। 70 मित्र मिल देह बनाई, दुश्मन ते मित्र अग ते पानी। मित्र दुश्मन है ना, सारे करके रब ने शरीर बनाता। देखो ये शरीर इस तरह बनया है, ये दुनिया की पति हो रही है। देखो दुनिया बंदा ही मेन, बंदा जीव सारे मेन है। इस तरह रब ने ये जीव पैदा करते। खानी बाणी चरित कर, आवा गौण चरित्र दिखाई। ये शरीर सारिਆਂ ਦੇ बने बराबर, ਇਹਨੇ भी कुत्ता बिल्ली सारिਆਂ ਦੇ बराबर है तत्व, थोड़े घट वध हो सकते। खानी बाणी, चार खानियां ते चार बाणियां। चरित कर, ये रब का अशत कौतक बन गया है। चार बाणियां किहड़ियां? परा बसंती मधमा बैखरी। चार खानियां अंडज जेर सेतज पुज। ये चार खानियां सारे जीव आ गए। खानी बाणी चलत कर, आवा गवण चित्र दिखाई। आवा गवण जमना मरना रब ने सबना दे विच पाता। देखो कोई भी जीव है, पांच ताते तन रचियो, जानो चतुर सुजान, जेहते उपजो नानका, लीन ताहे महमान। गुरु पातशाह फरमान कर दे राग रामकली विच, पवन है मैं पवन समाया, ज्योति मैं ज्योत रजाया, माटी माटी हुई एक। इको ही सब हो गए ना, सारे तत्व पंजा समा गए। पिछे की रह गया? जोत जोत समा गई। फिर बंदा रोंदा क्यों है जी? मुंह करके रोंदा है, मैं मेरी करके रोंदा है। ये आवा गवण जमना मरना रब ने ये चरित्र विखाया है, ये अपना कौतक वरताया है। 84 लाख जोने उपाई। इस तरह 84 लाख जोनियां रब ने पैदा करती है। देखो इस तरह ये दुनिया है रब ने। साडे शरीर के पता इस तरह हुई। देखो बंदा पूछे शरीर किवें बनया, रब ने इस तरह बनाता। देखो बना के वाहिगुरु इस शरीर विच आप पैदा हो गया है। 84 लाख जोनियां 42 लाख की जल में होते। गिनती गणे जी गिनी जाओ भाई, गिनी जाओ सारी उम्र गिनी दे लो भाई। वाहिगुरु ने इस तरह 84 लाख जोनियां ये पैदा कर दित्तियां हन। पौड़ी 84 लाख जोन विच उत्तम जन्म समानस देही। देखो लगातार चलदी विचार 84 लाख जोनियां विच की है? सब तो उत्तम मनुख ये रब दा प्यारा है। बस 84 लाख जोन विच, जोन कहते जिहड़ा जोन जम्मन मर्जी आवे, अंडज जेरज सेतज उत्पुज तेरे कीते जनता, तेरे पैदा कीते हुए। 84 लाख जोन विच उत्तम जन्म किहड़ा है? मनुख दा शरीर है भाई। सानू समझ नहीं आता ही पाशा लिखदे भई प्राप्त मानुख दे होरिया। मनुखा शरीर वधिया है, सब तो श्रेष्ठ है। इस देही को सिमरह देव, सो देही भज हर की से, भजो गुमित
भूल मत जाहो, मानस जन्म का यही लाहो। जब लग जरा रोग नहीं आया, जब लग काल ग्रसी नहीं काया। जब लग बिकल भई नहीं बानी, भज ले रे मन सारंग पानी। अब ना भजस भजस का भाई आवे अंतना, भजिया जाई। ये मनुखा शरीर है। 84 ਲੱਖ ਜੋਨੀਆਂ ਵਿੱਚ ਇਹ ਸਭ ਤੋਂ श्रेष्ठ ਜੀਵ ਹੈ। ਅੱਖੀ ਵੇਖਣ ਕਰਨ ਸੁਣ, ਮੁਖ ਸਭ ਬੋਲਣ ਬਚਨ ਸਨੇਹੀ। ਇਹ ਅੱਖਾਂ ਰਾਹੀਂ ਵੇਖਦਾ ਹੈ, ਕੰਨਾਂ ਰਾਹੀਂ ਸੁਣਦਾ ਹੈ। ਅੱਖੀ ਵੇਖਣ ਕਰਨ ਸੁਣ, ਮੁਖ ਤੋਂ ਮੁਖ ਸ਼ੁਭ ਬੋਲਣ, ਬਚਨ ਬੋਲਦਾ ਸ਼ੁਭ। ਬਚਨ ਸਨੇਹੀ, ਬੜੇ ਪਿਆਰ ਵਾਲੇ ਬਚਨ ਬੋਲਦਾ ਮੁਖ ਤੋਂ। ਕਈ ਜੀਵ ਨਹੀਂ ਬੋਲ ਸਕਦੇ ਸਾਡੇ ਬੋਲ। ਆਉਂਦਾ ਨਾ, चार पाव दोय सिंह गुग मुख तक कैसे गुन गई है। राग सोठ भगत कबीर साहब फरमान कर गए, ऐ बंदिया देख मनुखा शरीर मिलिया तैनू, अखा राही तू वेखदा है दुनिया नू वेखदा। देखो इस धरती में है तेरी सिकदारी, कन्ना राही तू आवाज सुनदा लोकां दी, तैनू कंन मिले हैं, मूँह मिली है, ये जुबान मिली है। पाशा लिखते आनंद साहिब विच। अखां किस लिए मिलियां? यो विश्व संसार तुम देखदे, ओ हर का रूप है, हर रूप नदरी आया। ए श्रवणो मेरियो, साचा सुनना नो पठाए। ए रसना तू अंदर सराच रही, तेरी प्यास न जाए। ये जुबान का काम है। ये जुबान सानू इस तरह मिली है। हथी कार कमावणी, पैरी चल सत संग मिलेही। इन्हां हत्थां नाल की करना सी? कार कहने सेवा करनी सी। असल कार दा अर्थ सेवा, काम करना कोई। हथी कार कमावणी, पैरी चल सत संग मिले ही। पैरां नाल चल के साध संगत वाल चल बंदिया। अखां नाल की कर? रब दे दर्शन कर, गुरमुखां दे दर्शन कर। पर अखां ये दर्शन नहीं करदियां। ये की करदियां? लिखदे भाई गुरदास जी, अखी वेख न रजिया, 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 अखी वेख न रजिया। अजे तक वेख वेख के नहीं रज रही। उम्र 70 साल 80 साल 90 साल भी हो जाए ना, कहना होर देखा, चश्मा ला ला। एक तृष्णा दी ये भुख नहीं उतरती अखां नाल। ये भुख है तृष्णा दी। तृष्णा बड़ी तरह की है, केवल खाण दी नहीं है, पहनण दी नहीं है, बोलण दी मैं होर बोलना, सूंघण दी है, देखण दी है, स्पर्श करन दी है। अखी वेख न रजियां, बहु रंग तमासे, कन्ने सुन सुन जीविया, रोवण तै हासे। सादी जीव न रजियां, कर भोग बिलासे, नहीं रज रे। रज ना कोई जीविया, कूड़े परवासे। भाई गुरदास जी, नहीं रज रहे बंदे। है ना सिੱਖੀ देखो। असल दसना की तत्त की है कि नाम रस है, संगत है। बंदिया ਉਹਦੇ ਵੱਲ ਚੱਲ। ਤਾਂ ਲਿਖਦੇ ਭਾਈ ਸਾਹਿਬ कि ए मेरी हथ हथी कार कमावण, इन्हां हत्थां नाल सेवा करनी सी। गुरु गोबिंद सिंह कलगीधर पिता पातशाह एक दिन बैठे सन। एक बच्चा, नौजवान बच्चा, कहते पानी लेके आ बच्चिया। पानी का बाटा भर के ले आया। मार नूं फड़ाण लगा। पातशाह ने हथ फड़ लिया ਉਹਦੇ। कहते बड़ी कोमल हथ तेरे भाई, की करदा है? कहता कुछ नहीं करता जी। पातशाह ने पानी रोड़ता। कहना महाराज की गल, तुसीं छुआ छूत पै गए हो, तुसीं वहम भरम करदे हो महाराज, तुसीं जात पात जा गए हो। पातशाह कहते ना भाई, कोई जात पात नहीं। पातशाह मैं कोई नीवीं जाति दा? पातशाह कहते ना, अज तो पुछे तेन किहड़ी जाति दी। फिर बादशाह क्यों पानी वेर तू डोलिया? महाराज कहने भाई जिन्हां हत्थां नाल सेवा नहीं करदा, वो हथ नहीं पवित्र होए।
ਤਾਂ ਸੇਵਾ ਕਰਦਾ ਹੱਥ ਤਕੜੇ ਹੁੰਦੇ ਉਹਦੇ, ਕੁਦਰਤੀ ਹੱਥ ਸੇਵਾ ਕਰੇਗਾ, ਹੱਥ ਤਕੜੇ ਹੋਣਗੇ। ਇੱਕ ਵਰਜਿਸ਼ ਹੈ, ਵਰਜਿਸ਼ ਹੈ ਨਾ। ਦੇਖੋ ਲੋਕੀ ਅੱਜ ਕੱਲ੍ਹ ਜਿਮ ਜਾਂਦੇ ਨੇ, ਸਾਡੀ ਜਿਮ ਤਾਂ ਸੇਵਾ ਹੀ ਹੈ ਨਾ। ਜਿਹੜਾ ਝਾੜੂ ਮਾਰੇ, ਭਾਂਡੇ ਮਾਂਜੇ, ਸਿੱਖਾਂ ਦੀ ਮਾਲਿਸ਼ ਕਰੇ। ਮਾਲਿਸ਼ ਕਰਨਾ ਪਤਾ ਕੀ ਹੁੰਦਾ? ਆਪਣੀ ਮਾਲਿਸ਼ ਆਪਣੀ ਜ਼ਿਆਦਾ ਹੋ ਜਾਂਦੀ, ਦੂਜੇ ਦੀ ਮਾਲਿਸ਼ ਕਰਨ ਤੋਂ ਜ਼ਿਆਦਾ ਆਪਣੀ ਮਾਲਿਸ਼ ਜ਼ਿਆਦਾ ਹੁੰਦੀ। ਜਿਹੜਾ ਜ਼ੋਰ ਲਾ ਰਿਹਾ, ਆਪਣੀ ਵਰਜਿਸ਼ ਪਹਿਲਾਂ ਹੋ ਗਈ ਉਹਦੀ। ਤੇ ਸੇਵਾ ਸਾਰੇ ਤਰ੍ਹਾਂ ਦੀ। ਇਸ ਕਰਕੇ ਹੱਥੀਂ ਕਾਰ ਕਮਾਵਣੀ, ਹੱਥਾਂ ਨਾਲ ਸੇਵਾ ਕਰਨੀ ਹੈ। ਪੈਰੀ ਚੱਲ, ਪੈਰਾਂ ਨਾਲ ਕਿੱਥੇ ਚੱਲ ਕੇ ਜਾਣਾ? ਸਾਧ ਸੰਗਤ ਵਿੱਚ ਜਾਣਾ ਹੈ। ਸਤਸੰਗ ਮਿਲੇ ਹੀ ਜਿੱਥੇ ਸਤਸੰਗੀ ਬੈਠੇ ਹੋਣ, ਜਿੱਥੇ ਬੈਠ ਕੇ ਕੀ ਕਰਦੇ ਹੋਣ? ਵਾਹਿਗੁਰੂ 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 ਸਤਸੰਗੀ ਜਨ ਆਪਣੇ ਮਨ ਨੂੰ ਰੱਬ ਦੇ ਨਾਲ ਜੋੜਦੇ ਹੋ। ਇਹਦਾ ਬੜਾ ਅਸਰ ਪੈਂਦਾ ਹੈ, ਬਹੁਤ ਹੈ। ਇਹ ਬਿਲਕੁਲ ਸ਼ੋਭਾ ਨਹੀਂ, ਦੇਖਾ ਹੀ ਪਰ ਇਹਦਾ ਜਿਤਨਾ ਕਰਦਾ ਨਾ ਉਹਨਾਂ ਰਸ ਪੈਂਦਾ। ਤੁਸੀਂ ਘਰ ਬੈਠ ਕੇ ਨਿਤਨੇਮ ਕਰੋ, ਵਾਹਿਗੁਰੂ ਕਰੋ, ਉਹ ਰਸ ਨਹੀਂ ਲੱਗਦਾ। ਜੋ ਸੰਗਤ ਬੈਠ ਕੇ 2 ਮਿੰਟ ਕਰ ਲਿਆ ਨਾ, ਇੰਨਾ ਕੁਦਰਤੀ ਅਸਰ ਕਰਦਾ ਹੈ। ਕਹਿੰਦੇ ਦਿਖਾਓ ਜੀ, ਕੀ ਵਿਖਾਈਏ ਭਾਈ ਤੁਹਾਨੂੰ? ਕਰੋ ਤਾਂ ਸਹੀ। ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਨਹੀਂ ਵਾਹਿਗੁਰੂ ਮਿਲਦਾ। ਹਾਂ ਜੇ ਬਖਸ਼ਿਸ਼ ਹੈ ਤੇ ਵਾਹਿਗੁਰੂ ਆਪੇ ਦਿੰਦਾ, ਉਹ ਵੱਡੀ ਚੀਜ਼ ਹੈ। ਬਖਸ਼ਿਸ਼ ਹੋ ਜਾਏ ਤਾਂ ਫਿਰ ਲੋੜ ਨਹੀਂ ਕਿਸੇ ਦੀ। ਸੰਗਤ ਵਿੱਚ ਬਖਸ਼ਿਸ਼ ਹੁੰਦੀ ਹੈ। ਆਉਂਦਾ ਹੈ ਨਾ, ਬੜ ਭਾਗੀ ਸਾਧ ਸੰਗ ਪ੍ਰਾਪਤ। ਬਖਸ਼ਿਸ਼ ਹੀ ਸੰਗਤ ਵਿੱਚ ਲੈ ਕੇ ਆਉਂਦੀ ਹੈ। ਰਸਾਂ ਕਰਕੇ ਮਾਰਾ ਸੰਗਤ ਦੇ, ਸੰਗਤ ਦੇ, ਸੰਗਤ ਦੇ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਇਹਦੀ ਮਹਿਮਾ ਰੱਬ ਜਾਣਦਾ ਭਾਈ। ਸੰਗਤ ਦੀ ਮਹਿਮਾ ਬਾਣੀ ਚ ਦੇਖੋ 2 ਗੱਲਾਂ ਜ਼ਿਆਦਾ, ਕਿ ਸਿਮਰਨ, ਸਾਧ ਸੰਗਤ। ਤੀਜੇ ਨੰਬਰ ਤੇ ਸੇਵਾ। ਪਹਿਲਾਂ ਪਰਮਾਤਮਾ ਦੀ ਵਡਿਆਈ, ਗੁਰੂ ਦੀ ਵਡਿਆਈ, ਨਾਮ ਸਿਮਰਨ। ਤੀਜੇ ਦੇ ਕਹਿੰਦਾ ਸੰਗਤ ਕਰੋ, ਸੰਗਤ ਕਰੋ। ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਵੇ ਸੰਗਤ ਹਰ ਪ੍ਰਭ ਵਸੈ ਜੀਓ। ਸਾਧ ਸੰਗ ਸੱਚਖੰਡ ਜਗਮਗ ਨੂਰ ਹੈ। ਕਿੱਥੇ ਕਿੱਥੇ ਪ੍ਰਮਾਣ ਦੇਖੋ। ਪਾਤਸ਼ਾਹ ਨੇ ਕਹ ਲੋ ਰਾਸੀ ਭਰਿਆ ਹੋਇਆ। ਗੁਰਮੁਖਾਂ ਦੀ ਸੰਗਤ, ਸਾਧੂ ਮਹਾਂਪੁਰਖਾਂ ਦੀ ਸੰਗਤ, ਸਤ ਸੰਗਤ, ਬੜੇ ਨਾਮ ਹੈ। ਸਤ ਸੰਗ ਹੈ, ਸਾਧ ਸੰਗ ਹੈ, ਸੰਤ ਸੰਗ ਹੈ, ਸਾਰੇ ਸੰਗ ਹੈ ਨਾ, ਇਕੱਠ। ਤੇ ਸੰਗਤ ਇਹ ਵੀ ਲਿਖਿਆ, ਮਨਮੁਖਾਂ ਦੀ ਸੰਗਤ ਵੀ ਲਿਖਿਆ। ਉਹ ਨਾ ਕਰੋ ਭਾਈ। ਦੂਰੋਂ ਜਾਈਏ ਭਾਵ, ਕਬੀਰ ਸਾਕਤ ਸੰਗ ਨਾ ਕੀਜੀਏ। ਦੂਰੋਂ ਜਾਈਏ ਭਾਵ, ਸੰਗਤ ਗੁਰਮੁਖਾਂ ਦੀ ਕਰਾਂਗੇ। ਤੇ ਲਿਖਦੇ ਭਗਤ ਕਬੀਰ ਸਾਹਿਬ ਜੀ, ਕਬੀਰ ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾ। ਓਏ ਪੀ ਚੰਦਨ, ਚੰਦਨ ਦੇ ਨਾਲ ਰਹਿਣ ਵਾਲੇ, ਢਾਕ ਪਲਾਸ ਵੀ ਚੰਦਨ ਵਰਗੇ ਸੁਗੰਧੀ ਉਹਨਾਂ ਚੋਂ ਆ ਜਾਂਦੀ ਹੈ। ਆਮ ਬੰਦਾ ਵੀ ਜੇ ਸੰਗਤ ਕਰੇ ਨਾ, ਅੱਜ ਬੈਠਾ ਹੈ, ਤੁਸੀਂ ਬੈਠੇ ਹੋ ਸਾਰੇ, ਕੁਛ ਨਹੀਂ ਜਾਣਦੇ ਆਪਾਂ, ਚਲੋ ਮੰਨ ਲਓ 2-4 ਵਾਰੀ ਸੰਗਤ ਕੀਤੀ, ਕੁਛ ਤਾਂ ਪੱਲੇ ਪਵੇਗਾ, ਫਿਰ ਹੋਰ ਕੁਛ ਨਹੀਂ ਪਵੇ। ਇਹ ਸੋਚੋ ਵੀ ਇਸ ਟਾਈਮ ਗਲਤ ਕੰਮ ਤਾਂ ਨਹੀਂ ਕਰ ਰਹੇ। ਅੱਖੋ ਸੱਤਾ ਬਾਅਦ ਫੇਰੀ ਤਾਂ ਨਹੀਂ ਖਿਲਾ ਰਹੇ, ਕਿਸੇ ਹੋਰ ਕੰਮ ਤਾਂ ਨਹੀਂ ਕਰ ਰਹੇ, ਚੰਗੇ ਕੰਮ ਹੀ ਕਰ ਬੈਠੇ ਹੀ ਆ। ਇਹਦਾ ਅਸਰ ਆਪਣੇ ਆਪ ਪੈ ਜਾਂਦਾ ਹੈ। ਇਹ ਰੰਗ ਇਸ ਤਰ੍ਹਾਂ ਲੱਗਦਾ ਆਪੇ ਰਸ ਪੈਦਾ ਕਰ ਦਿੰਦਾ। ਇਸ ਕਰਕੇ ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਉਹ ਚੰਦਰਮਾ ਮਰ ਗਈ, ਪਾਸ ਚੰਦ ਕਹਿੰਦੇ ਚੰਦਨ, ਇਹਨੂੰ ਰਗੜਨ ਸੁਗੰਧੀ ਆਉਂਦੀ ਹੈ।
ਤੇ ਉਹ ਗੁਰੂ ਕੇ ਪਿਆਰੇ ਵੀ ਗੁਰੂ ਵਰਗੇ ਬਣ ਜਾਂਦੇ ਆ ਤੇ ਗੁਰੂ ਉਹਨਾਂ ਨੂੰ ਰੱਬ ਨਾਲ ਜੋੜ ਦਿੰਦਾ। ਭਾਈ ਰੱਬ ਨਾਲ ਜੋੜਦਾ। ਇਹ ਸਾਧ ਸੰਗਤ ਦੀ ਮਹਿਮਾ ਹੈ। ਫਿਰਤ ਫਿਰਤ ਕਰ ਧਰਮ ਦੀ ਖੱਟ ਖਵਾਲਣ ਪਾਏ ਕਰੇਹੀ। ਫਿਰ ਬੰਦਿਆ ਗੁਰਸਿੱਖਾ ਕਰਨਾ ਕੀ ਹੈ? ਮਨੁੱਖਾ ਜਨਮ ਹੈ ਨਾ। ਕਿਰਤ ਵਿਰਤ ਕਰ ਧਰਮ ਦੀ। ਕਿਰਤ ਵਿਰਤ ਕਹਿੰਦੇ ਕੰਮ ਕਰ, ਹੱਥਾਂ ਨਾਲ ਸੇਵਾ ਵੀ ਕਰ, ਨਾਲ ਦਸਾਂ ਨੌ ਦੀ ਕਿਰਤ ਵੀ ਕਰ, ਧਰਮ ਦੀ ਕਰੀ। ਧਰਮ ਦੀ ਦੇ ਸ਼ਬਦ ਹੈ। ਧਰਮ ਕਹਿੰਦੇ ਨਿਆਂ ਵਾਲੀ, ਸੱਚ ਵਾਲੀ, ਭਲੀ, ਠੱਗੀ ਖੋਰੀ ਨਾ ਹੋਵੇ। ਇਹ ਨਹੀਂ ਵੀ ਸਿੱਖ ਧਰਮ, ਹਿੰਦੂ ਧਰਮ, ਉਹ ਨਹੀਂ ਆਖਿਆ ਪਾਤਸ਼ਾਹ ਨੇ। ਧਰਮ ਦਾ ਅਰਥ ਹੈ ਜੇ ਸੁਚੱਜੀ ਕਿਰਤ ਕਰ, ਠੱਗੀ ਖੋਰੀ ਵਾਲੀ ਨਹੀਂ, ਇੱਕ ਨੰਬਰ ਦੀ ਕਿਰਤ ਵਿਰਤ ਕਰ ਧਰਮ ਦੀ। ਅੱਗੇ ਖੱਟ ਖਵਾਲਣ ਭਾਏ ਕਰੇ ਹੀ, ਤੇ ਪ੍ਰੇਮ ਨਾਲ ਫਿਰ ਕਿਸੇ ਨੂੰ ਖਵਾ ਵੀ, ਅੱਗੇ ਵੰਡ ਵੀ ਛਕ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੂ ਪਛਾਣੈ ਸੇ। ਅਗੇ ਨਾ ਉਹਦੀ ਵਿਆਖਿਆ ਆ ਗਈ। ਸਾਰੀ ਵਿਆਖਿਆ ਬਾਣੀ ਦੀ ਹੈ ਖਾਲਸਾ ਜੀ। ਡਾਕਟਰ ਤਾਰਨ ਸਿੰਘ ਜੀ ਉਹਨਾਂ ਨੇ ਕਿਤਾਬ ਲਿਖੀ ਹੈ ਗੁਰਬਾਣੀ ਦੀ ਵਿਆਖਿਆ ਪ੍ਰਣਾਲੀਆਂ। ਉਹ ਕਹਿੰਦੇ ਬਾਣੀ ਦੀ ਵਿਆਖਿਆ ਸਭ ਤੋਂ ਪਹਿਲਾਂ ਬਾਣੀ ਵਿੱਚ ਹੀ ਹੈ, ਦੂਜੇ ਨੰਬਰ ਤੇ ਲਿਖੀ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਤੇ ਕਵਿਸਵਈਆਂ ਵਿੱਚ। ਬਾਣੀ ਦੇ ਸਾਰੇ ਤੱਤ ਨਿਚੋੜ ਜਿੰਨੇ ਭਾਈ ਸਾਹਿਬ ਨੇ, ਰੱਬ ਨੇ ਕਰਵਾਈ ਕਿਰਪਾ, ਇਹਨਾਂ ਤੋਂ ਕਿਰਪਾ ਕੀਤੀ, ਇਹਨਾਂ ਨੇ ਲਿਖ ਛੱਡੇ ਖਾਲਸਾ ਜੀ। ਬਾਕੀ ਗੁਰਸਿੱਖ ਆਪੇ ਲੱਭਦੇ ਰਹਿਣਗੇ, ਉਹਨਾਂ ਨੇ ਵੀ ਥੋੜੀ ਮਿਹਨਤ ਕਰਨੀ ਹੈ। ਇੰਨਾ ਹੀ ਬੜਾ ਕੁਝ ਖਜ਼ਾਨਾ ਭਰਿਆ, ਜੇ ਇੱਕ ਵੀ ਕਮਾ ਲਈ ਇਹਦਾ ਖਾਲਸਾ ਜੀ ਤੇ ਬੇੜਾ ਪੇ ਪਾਰ ਹੋ ਜਾਏਗਾ। ਕਿਰਤ ਵਿਰਤ ਕਰ ਧਰਮ ਦੀ। ਧਰਮ ਦੀ ਕਿਰਤ ਵਿਰਤ ਕਰਕੇ, ਦਸਾਂ ਨੌ ਦੀ ਕਮਾਈ ਕਰਕੇ, ਫਿਰ ਉਹਨੂੰ ਕੀ ਕਰਨਾ ਕੀ ਹੈ? ਵੰਡ ਛਕਣਾ ਹੈ। ਵੰਡ ਛਕਣਾ ਕਿੱਥੇ? ਕੇਵਲ ਅਸੀਂ ਪੈਸਾ ਕਮਾ ਲਿਆ, ਸਮਝ ਲਓ ਤਨਖਾਹ ਲੈ ਲਈ, ਪੈਸਾ ਕਮਾ ਲਿਆ, ਉਹ ਵੰਡ ਛਕਤਾ। ਇਹ ਵੀ ਵੰਡ ਛਕਣਾ ਹੈ। ਕਿਸੇ ਕੋਲ ਪੈਸਾ ਵੀ ਨਹੀਂ ਹੈ, ਚਲੋ ਵਿਦਿਆ ਹੈ, ਉਹ ਵਿਦਿਆ ਕਿਸੇ ਨੂੰ ਦੇ ਦੇਵੇ। ਦਾਨ ਕੀ ਹੁੰਦਾ ਹੈ? ਤੁਸੀਂ ਇਸ ਤਰ੍ਹਾਂ ਦਾਨ ਦੇ ਰਹੇ ਹੋ, ਹੱਥ ਉੱਚਾ ਰੱਖੇ ਨਾ, ਇਹ ਦੂਜਾ ਉੱਚਾ ਹੈ ਤਾਂ ਕਿਵੇਂ ਦਾਨ ਦੋਗੇ? ਫਿਰ ਤਾਂ ਦਾਨ ਹਮੇਸ਼ਾ ਨੀਵੇਂ ਜਾਂਦਾ ਹੈ। ਭਾਵ ਨੀਵੇਂ ਨੂੰ ਉੱਚਾ ਚੁੱਕਣਾ ਦਾਨ ਹੈ। ਇਹ ਹੈ ਨਾ, ਜਿਹੜਾ ਪੜ੍ਹਾਈ ਤੁਹਾਡੇ ਤੋਂ ਘੱਟ ਹੈ, ਨਹੀਂ ਸਮਝ ਆਉਂਦਾ, ਉਹਨੂੰ ਪੜ੍ਹਾ ਦਿਓ, ਦਾਨ ਹੋ ਗਿਆ। ਵੰਡ ਛਕਣਾ ਨਾ। ਜਿਹਦੀ ਜ਼ੁਬਾਨ 'ਚ ਕੁੜੱਤਣ ਹੈ, ਉਹਨੂੰ ਮਿੱਠਾ ਬੋਲ ਕੇ ਜ਼ੁਬਾਨ 'ਚ ਰਸ ਪੈਦਾ ਕਰ ਦਿਓ ਉਹਦੇ, ਉਹ ਵੰਡ ਛਕਣਾ ਆ ਗਿਆ। ਕਿਸੇ ਕੋਲ ਕੋਈ ਗੁਣ ਨਹੀਂ, ਲੈ ਭਾਈ ਇਹ ਗੁਣ ਸਿੱਖ ਲੈ, ਵੰਡ ਛਕ। ਸੰਗਤ 'ਚ ਬਹਿਣਾ ਵੰਡ ਛਕਣਾ ਹੈ। ਅਸੀਂ ਗੁਰੂ ਦੀ ਸਿੱਖਿਆ ਨੂੰ ਵੰਡ ਕੇ ਛਕ ਰਹੇ ਹਾਂ ਸਾਰੇ ਮਿਲ ਕੇ, ਜਿਵੇਂ ਮਰਜ਼ੀ ਵੰਡ ਕੇ ਛਕੋ। ਤੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਆਪਣੀ ਮੁਸਕਰਾਹਟ, ਆਪਣੀ ਬਖਸ਼ਿਸ਼ ਸਾਰੀ ਦੁਨੀਆ 'ਚ ਵੰਡੀ ਹੈ। ਤਾਂ ਇਹ ਸਾਰੀ ਦੁਨੀਆ ਕਹਿਣ ਲੱਗੀ ਸਭ ਤੇ ਵੱਡਾ ਸਤਿਗੁਰੂ ਨਾਨਕ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਹਰ ਦੁਨੀਆ ਦੇਖੋ ਖੁਸ਼ ਹੁੰਦੀ ਗੁਰੂ ਘਰ ਦੇ ਨਾਮ ਤੋਂ। ਕਿਉਂ ਖੁਸ਼ ਹੁੰਦੀ? ਗੁਰੂ ਪਾਤਸ਼ਾਹ ਦੀ ਬਖਸ਼ਿਸ਼, ਉਹਨਾਂ ਦੀ ਮੁਸਕਰਾਹਟ ਜਿਹਨੂੰ ਛਕੀ, ਉਹ ਨਿਹਾਲ ਹੋ ਗਿਆ। ਤੇ ਇਹ ਮੇਰੇ ਮਨਾ ਇਸ ਤਰ੍ਹਾਂ ਇਹ ਕਾਰਜ ਕਰ, ਭਾਏ ਪ੍ਰੇਮ ਨਾਲ, ਖੱਟ ਖਵਾਲਣ ਭਾਏ ਕਰੇ ਹੀ। ਕਈ ਦਾਨ ਦਿੰਦੇ ਵੀ ਹੰਕਾਰ ਦੇ, ਮੈਂ ਕਰਦਾ। ਅੱਛਾ ਕਹਿੰਦੇ ਪ੍ਰੇਮ ਨਾਲ, ਮਾਂ ਜੀ ਤੇਰਾ ਦਿੱਤਾ ਤੇਰੇ ਕੋਲ ਜਾ ਰੱਬ ਜੀ। ਹੰਕਾਰ ਨਾ ਕਰੇ ਬੰਦਾ ਕੋਈ। ਜੇ ਹੰਕਾਰ ਕਰੇਗਾ ਤੇ ਉਹਦਾ ਮਾਰਿਆ ਜਾਂਦਾ ਖਾਲਸਾ ਜੀ। ਦਾਨ ਤਾਂ ਚੱਲਦਾ, ਚਲੋ ਜਿਵੇਂ ਸ਼ੁਕਰ ਦਾਨ ਦੇਣਾ ਭਲਾ ਹੈ, ਪਰ ਜਿਹੜਾ ਦਾਨ ਹੰਕਾਰ ਹੀ ਦੇ ਰਿਹਾ, ਉਹਦਾ ਕੀ ਮਤਲਬ ਹੈ ਜੀ? ਬਾਣੀ ਉਹਦੇ ਪਤਾ ਵੀ ਲਿਖਿਆ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਇ ਕੈ ਜਾਹੀ। ਹੰਕਾਰੀ ਹੈ ਨਾ। ਫਿਰ ਇੱਥੇ ਰੱਬ ਜੀ ਤੇਰਾ ਦਿੱਤਾ ਤੇਰੇ ਕੋਲ ਹੀ ਜਾ ਰਿਹਾ, ਬਸ ਭਾਵਨਾ ਨਾਲ ਹੈ, ਪ੍ਰੇਮ ਨਾਲ। ਜੇ ਇਸ ਤਰ੍ਹਾਂ ਕੋਈ ਸੇਵਾ ਕਰੇਗਾ। ਗੁਰਮੁਖ ਜਨਮ ਸਕਾਰਤਾ, ਗੁਰਬਾਣੀ ਪੜ ਸਮਝ ਸੁਣੇਹੀ। ਐ ਰੱਬ ਦੇ ਪਿਆਰਿਆ, ਗੁਰਮੁਖ ਜਨਮ ਸਖਾਰਤਾ, ਗੁਰੂ ਦੇ ਮੁਖ ਨਾਲ ਜੁੜ, ਤੇਰਾ ਜਨਮ ਸਕਾਰਤ ਹੋਵੇਗਾ, ਸਾਰਥਕ ਹੋਵੇਗਾ। ਕਿਵੇਂ ਹੋਵੇਗਾ? ਗੁਰਬਾਣੀ ਪੜ, ਬਾਣੀ ਪੜ ਭਾਈ, ਸਮਝ ਸੁਣ। ਗੁਰਮੁਖ ਜਨਮ ਸਖਾਰਤਾ, ਗੁਰਬਾਣੀ ਪੜ ਸਮਝ ਸੁਣੇ ਹੀ। ਪੜ ਵੀ, ਪੜ ਕੇ ਸਮਝ,
ਸੁਣ, ਜਿਵੇਂ ਸੁਣੇਗਾ ਤੇਰੇ ਅੰਦਰ ਜਾਵੇਗੀ। ਦੇਖੋ ਤਿੰਨ ਗੱਲਾਂ ਇਕੱਠੀਆਂ ਆਈਆਂ, ਪੜ੍ਹਨਾ ਵੀ ਹੈ, ਸੁਣਨਾ ਵੀ ਹੈ, ਸਮਝਣਾ ਵੀ ਹੈ ਬਾਣੀ ਨੂੰ। ਅਸੀਂ ਪੜ੍ਹਦੇ ਹਾਂ, ਸੁਣਦੇ ਨੇ ਕਈ ਵਾਰੀ ਨਾ, ਮੂੰਹ ਤੋਂ ਬੰਦਾ ਬੋਲਦਾ ਹੁੰਦਾ ਹੈ, ਪਰ ਕੰਨ ਕਿਸੇ ਹੋਰ ਗੱਲ ਨੂੰ ਯਾਦ ਰੱਖਦੇ, ਸੁਰਤੀ ਕਿਤੇ ਹੋਰ ਪਹੁੰਚ ਗਈ ਉਹਦੀ। ਜਦੋਂ ਕੰਨਾਂ ਨੇ ਸੁਣੇਗਾ ਆਪ ਸਮਝੇਗਾ ਵੀ ਕੀ ਪੜ੍ਹਿਆ ਮੈਂ, ਇਹਦੇ ਕੀ ਹੈ, ਆਪੇ ਸਮਝ ਆ ਜਾਏਗੀ ਨਾ, ਉਹ ਸਮਝ ਹੈ। ਤਾਂ ਪਾਤਸ਼ਾਹ ਦੇ ਪਿਆਰੇ ਫਰਮਾਨ ਕਰਦੇ, ਗੁਰਮੁਖ ਜਨਮ ਸਖਾਰਤਾ, ਤਾਂ ਤੇਰਾ ਜਨਮ ਸਕਾਰਥਾ ਸਫਲਾ ਹੋਵੇਗਾ। ਇਹ ਬਾਣੀ ਨੂੰ ਪੜ੍ਹ ਕੇ ਸੁਣ ਕੇ ਸਮਝੇਗਾ ਮਨਾ, ਬਾਣੀ ਅਨੁਸਾਰ ਤੇਰਾ ਜੀਵਨ ਬਣੇਗਾ। ਗੁਰ ਭਾਈ ਸੰਤੁਸ਼ਟ ਕਰ ਚਰਣਾ ਮਿਤਲੈ ਮੁਖ ਪਵੇਹੀ। ਗੁਰ ਭਾਈ ਜਿਹੜੇ ਗੁਰੂ ਦੇ ਭਰਾ ਹਨ, ਸੰਤੁਸ਼ਟ ਕਰ, ਰਜਾ ਲੈ ਇਹਨਾਂ ਨੂੰ। ਕਿਵੇਂ? ਮੁੱਠੀ ਚਾਪੀ ਕਰ, ਇਹਨਾਂ ਨੇ ਚਰਨਾਂ ਨੂੰ ਘੁੱਟ। ਗੁਰ ਭਾਈ ਸੰਤੁਸ਼ਟ ਕਰ ਚਰਣਾ ਅੰਮ੍ਰਿਤ ਲੈ ਮੁਖ ਪਵੇਹੀ। ਕਿੰਨਾ ਦੇਖੋ ਵੱਡੀ ਗੱਲ। ਪਹਿਲਾਂ ਚਰਨ ਅੰਮ੍ਰਿਤ ਹੁੰਦਾ ਸੀ। ਗੁਰੂ ਪਾਤਸ਼ਾਹ ਆਪਣੇ ਸੱਜੇ ਪੈਰ ਦਾ ਅੰਗੂਠਾ ਜਲ ਇਸ਼ਨਾਨ ਕਰਾ ਕੇ ਜਿਹਨੂੰ ਜਲ ਚਕਾਉਂਦੇ ਸਨ, ਕਹਿੰਦੇ ਚਰਨ ਅੰਮ੍ਰਿਤ ਆ ਗਿਆ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਤਾ। ਪਾਤਸ਼ਾਹ ਨੇ ਉਹਦੀ 20 ਰਸ ਭਰਤਾ ਕੁਝ। ਪਹਿਲਾਂ ਜਿਹੜਾ ਸੀ ਨਿਮਰਤਾ ਵਾਲਾ ਅੰਮ੍ਰਿਤ ਸੀ। ਇਹ ਤੇ ਮਤਲਬ ਹੈ ਵੀ ਜਿਹੜਾ ਗੁਰਸਿੱਖਾਂ ਦੀ ਸੇਵਾ ਕਰਨੀ, ਉਹਨਾਂ ਨੇ ਚਰਨ ਧੋਣੇ, ਨਿਮਰਤਾ ਰੱਖਣੀ ਹੈ। ਅਗਲੀ ਪੰਕਤੀ ਨਾਲ ਪੜੋ ਜੀ। ਪੈਰੀ ਪਵੜ ਨ ਛੋਡੀਐ, ਕਲੀ ਕਾਲ ਰਹਿ ਰਾਸ ਕਰੇ। ਇਹ ਨਿਮਰਤਾ ਹੈ। ਇਹ ਕਹਿੰਦੇ ਜੀ ਹੁਣ ਤਾਂ ਲੋੜ ਨਹੀਂ, ਉਹਦੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਭਾਈ। ਫਤਿਹ ਵੀ ਠੀਕ ਹੈ, ਸਿੱਖਾਂ ਨੇ ਜਾਣੀ, ਪਰ ਪਾਤਸ਼ਾਹ ਦੇ ਪਿਆਰੇ ਤਾਂ ਫਿਰ ਵੀ ਨਿਮਰਤਾ ਰੱਖਦੇ ਨਾ। ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵ ਲਾਗੂ ਪਾਏ ਜੀਓ। 20 ਰਸ ਵੀ ਰੱਖਿਆ ਪਾਤਸ਼ਾਹ ਨੇ, ਨਿਮਰਤਾ ਪਹਿਲਾਂ ਰੱਖੀ ਪਾਤਸ਼ਾਹ ਨੇ। ਪਹਿਲਾਂ ਪਾਤਸ਼ਾਹ ਨੇ ਹੱਥ ਜੋੜਦੇ ਨਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਹਿਲਾਂ ਕਹਿੰਦੇ, ਰੰਗ ਦੇ ਮੈਂ ਸਭ ਕੁਛ ਛੱਡ, ਜੰਗ ਕਰਨਾ ਹੀ ਨਹੀਂ, ਤੁਸੀਂ ਉਠਾਣਾ ਹੀ ਨਹੀਂ। ਪਰ ਜਦੋਂ ਬਾਲਾਚਾਰਗੀ ਦਰਮਿਆ ਆਮਦਮ ਤਦਬੀਰੋ ਤੀਰੋ ਤੁਫੰਗ ਆਮਦਮ। ਜਫਰਨਾਮਾ। ਬ ਲਾਚਾਰਗੀ, ਲਾਚਾਰ ਹੋ ਕੇ, ਦਰਮਿਆ ਜੰਗ ਦੇ ਮੈਦਾਨ ਵਿੱਚ, ਲਾਚਾਰਗੀ ਦਰਮਿਆ ਆਮਦਮ, ਆਮਦਮ ਮੈਂ ਆ ਗਿਆ। ਤਦਬੀਰੋ ਤੀਰੋ ਤੁਫੰਗ ਆਮਦਮ, ਹਾਰੀ ਉਕਤੀਆਂ ਜੁਗਤੀਆਂ ਸਮੇਤ, ਸਾਰੇ ਸ਼ਸਤਰਾਂ ਸਮੇਤ ਮੈਨੂੰ ਆਣਾ ਪਿਆ ਲਾਚਾਰ ਹੋ ਕੇ। ਚੁਕਾਰ ਅਜ਼ ਹਮੈ ਹੀਲ ਤੇ ਦਰ ਗੁਜਸਤ, ਹਲਾਲ ਅਸ ਬੁਰਦਨ ਬ ਸ਼ਮਸ਼ੀਰ ਦਸਤ। ਜਦੋਂ ਸਾਰੇ ਹਿਲੇ ਜੁਲੇ ਮੁੱਕ ਗਏ ਨਾ, ਉਦੋਂ ਤਲਵਾਰ ਦੇ ਮੁੱਠੇ ਵੱਲ ਹੱਥ ਲਿਜਾਣਾ, ਤਲਵਾਰ ਖਾਣੀ ਮਿਲ ਲਈ। ਇਹ ਵੀ ਧਰਮ ਬਣ ਗਿਆ। ਪਹਿਲਾਂ ਨਿਮਰਤਾ ਸੀ ਕਿ ਕੁਝ ਨਹੀਂ ਕਹਿਣਾ, ਹੱਥ ਜੋੜ ਕੇ ਰੱਖੋ। ਜਦੋਂ ਹੱਥ ਜੋੜਨਾ ਕੰਮ ਨਹੀਂ ਸਰਿਆ, ਫਿਰ ਝੰਡ ਮਾਰ ਦੋ, ਫਿਰ ਉਹ ਵੀ ਧਰਮ ਬਣ ਗਿਆ। ਫਿਰ ਟਾਂਗ ਉਠਾਣੀ, ਸ਼ਸਤਰ ਉਠਾਣਾ ਧਰਮ ਬਣ ਗਿਆ ਹੈ। ਪਹਿਲਾਂ ਨਿਮਰਤਾ ਰੱਖੀ ਨਾ ਪਾਤਸ਼ਾਹ। ਤਾਂ ਕਹਿੰਦੇ ਭਾਈ ਨਿਮਰਤਾ ਰੱਖੀਏ ਪਹਿਲਾਂ, ਫਿਰ ਫਤਿਹ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਉਹਦੀ ਵੀ ਲੋੜ ਹੈ ਭਾਈ, ਦੋਵਾਂ ਦੀ ਲੋੜ ਹੈ, ਬਰਾਬਰ ਰੱਖੀ ਪਾਤਸ਼ਾਹ ਨੇ। ਭਗਤੀ ਸ਼ਕਤੀ ਮੀਰੀ ਪੀਰੀ, ਪਰ ਪਹਿਲਾਂ ਭਗਤੀ ਹੈ ਨਾ, ਪਹਿਲਾਂ ਪੀਰੀ ਸੀ। ਦੋ ਤਲਵਾਰੀ ਬੱਧੀਆਂ, ਇੱਕ ਪੀਰੀ ਦੀ, ਇੱਕ ਮੀਰੀ ਦੀ। ਪਹਿਲਾਂ ਪੀਰੀ ਆ ਰਹੀ ਹੈ, ਪਹਿਲਾਂ ਹਰਮੰਦਰ ਸਾਹਿਬ ਹੈ, ਫਿਰ ਅਕਾਲ ਤਖਤ ਸਾਹਿਬ ਹੈ। ਇਹ ਬੜੀ ਯੁਕਤੀ ਨੇ ਪਾਤਸ਼ਾਹ ਦੀ। ਇਸ ਕਰਕੇ ਭਾਈ ਪਾਤਸ਼ਾਹ ਕਹਿੰਦੇ, ਪਾਤਸ਼ਾਹ ਦੇ ਪਿਆਰੇ, ਇਹ ਬੰਦਿਆ ਕਰਨਾ ਕੀ ਹੈ? ਗੁਰੂ ਭਾਈ ਸੰਤੁਸ਼ਟ ਕਰ, ਗੁਰੂ ਭਰਾਵਾਂ ਨੂੰ, ਗੁਰੂ ਕੇ ਸਿੱਖਾਂ ਨੂੰ ਸੰਤੁਸ਼ਟ ਰਜਾ ਲੈ। ਚਰਨਾ ਅੰਮ੍ਰਿਤ ਲੈ ਮੁਖ ਪੀਵੇ ਹੀ। ਉਹਨਾਂ ਨੇ ਚਰਨਾਂ ਨੂੰ ਲੈ ਕੇ, ਚਰਨਾ ਅੰਮ੍ਰਿਤ ਭਾਵ ਧੂੜੀ ਨੂੰ ਲੈ ਕੇ ਮੱਥੇ ਤੇ ਲਾਈ। ਜਾਂ ਪਾਤਸ਼ਾਹ ਦੇ ਪਿਆਰੇ ਪਹਿਲਾਂ ਕਰਦੇ ਸਨ, ਚਰਨ ਅੰਮ੍ਰਿਤ, ਚਰਨ ਧੋਂਦੇ ਸਨ। ਖਾਲਸਾ ਅੱਜ ਵੀ ਛਕਦੇ ਹਨ ਖਾਲਸਾ ਜੀ। ਇਹ ਕੋਈ ਵਹਿਮ ਭਰਮ ਨਹੀਂ ਕਰਨਾ ਭਾਈ, ਭਾਵਨਾ ਹੈ ਸਿੱਖਾਂ ਦੀ। ਇਹ ਨਹੀਂ ਕਰਦੇ ਨਾ ਕਰੇ ਭਾਈ। ਨਿਮਰਤਾ ਹੁੰਦੀ, ਨਿਮਰਤਾ ਨਾ ਸਿੱਖੀ ਦਾ ਕੀ ਹੈ? ਮੂਲ ਹੈ ਨਿਮਰਤਾ। ਇਹ ਨਿਮਰਤਾ ਧਾਰਨ ਕਰੋ। ਪੈਰੀ ਪਵਨ ਨਾ ਛੋਡੀਐ। ਪਹਿਲਾਂ ਸਿੱਖ ਮਿਲਦਾ ਕਹਿੰਦੇ ਪੈਰੀ ਪੈਣੇ ਆ ਜੀ। ਪੈਰੀ ਪੈਣਾ ਭਾਵ ਨੀਵੇਂ ਹੋ ਕੇ ਰਹਿਣਾ। ਇਹ ਛੱਡੀਏ ਨਾ, ਨਿਮਰਤਾ ਨਾ ਛੱਡੀਏ ਭਾਵ। ਪਾਤਸ਼ਾਹ ਦੇ ਪਿਆਰੇ ਕਹਿੰਦੇ, ਕਲੀ ਕਾਲ ਰਹਿਰਾਸ ਕਰੇ ਹੀ। ਕਲਯੁਗ ਦੇ ਸਮੇਂ ਵਿੱਚ ਇਹ ਮਰਿਆਦਾ ਬਣਾ ਲਓ ਭਾਈ। ਰਹਿਰਾਸ ਮਰਿਆਦਾ ਹੈ।
तो रास से बड़े अर्थ रह रास रस्ते दी पूंजी हर कीरत हमरी रह रास मर्यादा है रास नमस्कार का नमस्कार है बड़े अर्थ दा रास है पर इत्थे अर्थ है भाई ये साडी मर्यादा बन जावे ये साडा नियम बन जावे कली काल रास करे ही ये नियम धारण कर लो आप तरे गुर सिख तरे ही वो आप ता तरेगा भाई होर गुरसिखां नूं उतार देगा गुरु पातशाह आप जो निमरता रखी ना महाराज ने गुरु अमरदास पातशाह ने लत मारी बाबा दातू जी ने ते पातशाह ने चरण फड़ ले महाराज आप ता तरदे गुरु नानक पातशाह भी गुरु गोबिंद सारे महाराज ने निमरता रखी पातशाह ते इस तरह जिहड़ा निमरता वाला प्यारा आप तरे आप ता तरदा फिर कईयां नूं उतार देवेगा इत्थे भाई गुरदास जी यही सिक्ख्या दे रहे हन सानू बंदिया मनुखा जन्म बड़ा औखा मिलिया है भाई प्राप्त मानुख दे हुरिया गोबिंद मिलन की ए तेरी बरिया कित्थों देखो रब ने सृष्टि बनाई ते मनुख विशेष बनाता मनुख जिसे मन मुख बन गया ना ते मन की है मन तो जो स्वरूप है रब अंदर पाता केवल बंदा ही है सब तो श्रेष्ठ जिन्हें सब को काबू किया हुआ है शेर चार हीरा शेर चीते हाथी आदि बंदा की तो की लभ लेंदा देखो पहाड़ों खोद के तो हीरो कट लेंदा समुद्र जाके की कट लेंदा बंदा देखो कि दिमाग मिले बंदे नूं बंदे ने कंप्यूटर बनाता जहाज बनाते क्यों बनाए कि वाहिगुरु आप विच बैठा होया है ना पैदा होंदा बंदा फिर की हुंदा कुछ नहीं इस करके बंदिया तू श्रेष्ठ है बंदे बंदगी इख्तियार वाहिगुरु की बंदगी कर निमरता धारण कर तेरा भला होवेगा ते अगली विचार आप जी फिर अगले समय अनुसार श्रवण करना अज दो पौड़ियों के विचार ही आप जी ने श्रवण करने खालसा जीओ पातशाह किरपा करन फिर गुरसिखां नूं बेनती है भाई सुनिया भी करिए हिरदे च वसाया भी करिए पिछली पौड़ी सब नूं याद हो गई सी वो भी याद करनी नाल कंठ भी करनी है ना कंठ भी करिए नाल मन च वसाइए ते उस अनुसार चलिए भी ताई तो सिक्खी है ना जे कहंदे गुरु 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 की गल नहीं मनते कहंदे बापू जी बापू दा कहा नहीं मनते फिर भाई काहदा बापू जी भाई गुरसिੱਖੀ नूं कमाना है कई जो गुरसिੱਖੀ ने एवं नहीं ना होंगी अगे जिक्र आउंदा है खांड खांड कहे खंड कहण नाल जवान नूं स्वाद नहीं होंदा तां खाओगे नहीं जरूर सीत सीत कहे अग अग नूं कहण नाल भी अग अग कोई कई जो भी अग लियाओ सीत को ना बिना सीत ठंड नहीं दूर होंदी भाई इसी तरह करनी प्रधान है करनी प्रधान श्रेष्ठ है पातशाह दे प्यारे फरमान कर दे ये साडे हिरदे च वसे अरदास सारी करिए महाराज सही प्यारे मेल जिन्ना मिलिया तेरा नाम जिस आवे नानक नाम चढ़दी कला तेरे बाणे आओ अखीलियां पंक्तियां जाप करके फतेह कजाइए जी गुरमुख जन्म सकार सा गुरबाणी पढ़ समझ सुने ही गुर भाई संतुष्ट कर चरणा मितल मुख पिवेही कैरी पवन न छोड़िए कली काल रह रास करे आप तरे गुर सिख तरे आप तरे गुर सिख तरे वाहिगुरु जी का खालसा वाहिगुरु जी की फतेह।